ਸਤਿ ਸ਼੍ਰੀ ਅਕਾਲ ਦੋਸਤੋ। ਲਵ 23 ਲੈਂਡ ਦਿਲ ਸੇ ਬਾਈ ਨੀਲੂ ਨੂੰ ਪਿਆਰ ਦੇਣ ਦੇ ਲਈ ਤਹਿ ਦਿਲੋਂ ਸ਼ੁਕਰੀਆ। ਮੈਂ ਹਾਂ ਨੀਲੂ ਸ਼ਰਮਾ। ਜਿਸ ਤਰ੍ਹਾਂ ਤੁਸੀਂ ਮੇਰੀਆਂ ਕਹਾਣੀਆਂ ਨੂੰ ਪਿਆਰ ਦੇ ਰਹੇ ਹੋ, ਉਸ ਨਾਲ ਮੈਨੂੰ ਮੋਟੀਵੇਸ਼ਨ ਵੀ ਮਿਲ ਰਹੀ ਹੈ ਕਿ ਮੈਂ ਹੋਰ ਵੀ ਵਧੀਆ ਕਹਾਣੀਆਂ ਲੈ ਕੇ ਤੁਹਾਡੇ ਰੂਬਰੂ ਹੋਵਾਂ। ਇਹ ਸਿਰਫ ਕਹਾਣੀਆਂ ਹੀ ਨਹੀਂ, ਬਲਕਿ ਮੇਰੀ ਜ਼ਿੰਦਗੀ ਦੇ ਵਿੱਚ ਆਏ ਕੁਝ ਲੋਕਾਂ ਦੀ ਹੱਡਬੀਤੀ ਵੀ ਹੈ, ਜਿਸ ਨੂੰ ਮੈਂ ਸ਼ਬਦਾਂ ਦੇ ਵਿੱਚ ਪਿਰੋਣ ਦੀ ਕੋਸ਼ਿਸ਼ ਕਰਦੀ ਹਾਂ। ਮੇਰੀ ਕੋਸ਼ਿਸ਼ ਹੈ ਕਿ ਮੈਂ ਤੁਹਾਡੇ ਸਾਹਮਣੇ ਸਮਾਜ ਦੇ ਵੱਖ-ਵੱਖ ਹਿੱਸਿਆਂ ਦੀ ਤਸਵੀਰ ਪੇਸ਼ ਕਰਾਂ ਤਾਂ ਜੋ ਸਾਨੂੰ ਸਹੀ ਤੇ ਚੰਗੀ ਸੇਧ ਮਿਲ ਸਕੇ। ਤੇ ਅੱਜ ਦੀ ਕਹਾਣੀ ਕੁਝ ਇਸ ਤਰ੍ਹਾਂ ਦੀ ਹੈ। ਗੱਲ ਉਹਨਾਂ ਦਿਨਾਂ ਦੀ ਹੈ ਜਦ ਮੈਂ ਟੀਵੀ ਦੀ ਦੁਨੀਆ ਦਾ ਇੱਕ ਬਿਹਤਰੀਨ ਅਦਾਕਾਰ ਸੀ। ਵੱਡੇ ਤੋਂ ਵੱਡਾ ਪ੍ਰੋਜੈਕਟ ਮੈਨੂੰ ਹੀ ਮਿਲਦਾ। ਮੇਰੇ ਸਿਤਾਰੇ ਉਸ ਸਮੇਂ ਲੱਗਦਾ ਸੀ ਜਿਵੇਂ ਗਰਦਿਸ਼ ਦੇ ਵਿੱਚ ਹੋਣ। ਫਿਲਮੀ ਦੁਨੀਆ ਦੇ ਵਿੱਚ ਮੇਰਾ ਨਾਮ ਅਹਿਮਦ ਅੰਸਾਰੀ ਦੇ ਨਾਮ ਵਜੋਂ ਜਾਣਿਆ ਜਾਂਦਾ ਸੀ। ਛੋਟੀ ਹੀ ਉਮਰ ਦੇ ਵਿੱਚ ਮਿਲੀ ਪ੍ਰਸਿੱਧੀ ਮੇਰੇ ਤੇ ਹਾਵੀ ਹੁੰਦੀ ਗਈ, ਪਰ ਫਿਰ ਵੀ ਮੈਨੂੰ ਕੰਮ ਮਿਲਦਾ ਗਿਆ। ਮੈਂ ਹੁਣ ਤੱਕ ਕਈ ਹੀਰੋਇਨਾਂ ਦੇ ਨਾਲ ਕੰਮ ਕਰ ਚੁੱਕਾ ਸੀ। ਕਹਿ ਸਕਦੇ ਹਾਂ ਦਿਲਫੇਕ ਆਸ਼ਿਕ ਵੀ ਸੀ ਮੈਂ, ਅੱਜ ਇਸ ਨਾਲ ਤੇ ਕੱਲ ਕਿਸੇ ਹੋਰ ਨਾਲ। ਆਪਣੇ ਅਜਿਹੇ ਕਿੱਸਿਆਂ ਦੇ ਲਈ ਮੈਂ ਮਸ਼ਹੂਰ ਹੋ ਗਿਆ। ਉਸ ਸਮੇਂ ਮੇਰੀ ਉਮਰ ਮਹਿਜ਼ 21 ਸਾਲ ਦੀ ਸੀ। ਮੇਰੇ ਕੋਲ ਬਹੁਤ ਕੁਝ ਸੀ, ਇਸ ਲਈ ਹਰ ਇੱਕ ਸੁਪਰ ਹੀਰੋਇਨ ਮੇਰੇ ਨਾਲ ਕੰਮ ਕਰਨ ਦੇ ਲਈ ਤਰਸਦੀ ਸੀ। ਪਰ ਉਹਨਾਂ ਦਿਨਾਂ ਦੇ ਵਿੱਚ ਮੇਰੀ ਮੁਲਾਕਾਤ ਇੱਕ ਕੁੜੀ ਦੇ ਨਾਲ ਹੋਈ ਜੋ ਬਿਲਕੁਲ ਸਿੰਪਲ ਤੇ ਸਧਾਰਨ ਸੀ। ਉਸ ਦੀ ਨੈਚੁਰਲ ਬਿਊਟੀ ਮੈਨੂੰ ਆਪਣੇ ਵੱਲ ਖਿੱਚਦੀ ਹੈ। ਉਹ ਇੱਕ ਨਾਰਮਲ ਕੁੜੀ ਸੀ, ਪੜ੍ਹੀ ਲਿਖੀ ਸੀ, ਉਮਰ ਦੇ ਵਿੱਚ ਮੇਰੇ ਤੋਂ ਬਸ 1 ਸਾਲ ਛੋਟੀ। ਉਸ ਦੀ ਸ਼ੂਟਿੰਗ ਤੇ ਮੇਰੀ ਕੋ-ਸਟਾਰ ਦੇ ਨਾਲ ਉੱਥੇ ਆਈ ਸੀ। ਪਤਾ ਚੱਲਿਆ ਕਿ ਮੁੰਬਈ ਦੇ ਵਿੱਚ ਨਵੀਂ ਆਈ ਹੈ। ਮੈਂ ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ। ਉਸਨੇ ਬੜੇ ਪਿਆਰ ਦੇ ਨਾਲ ਗੱਲ ਵੀ ਕੀਤੀ। ਮੈਨੂੰ ਉਸ ਦਿਨ ਲੱਗਾ ਕਿ ਪਹਿਲੀ ਵਾਰ ਕਿਸੇ ਕੁੜੀ ਵੱਲ ਮੈਂ ਇੰਨੀ ਜਲਦੀ ਅਟਰੈਕਟ ਹੋ ਗਿਆ। ਮੇਰਾ ਮਨ ਸੀ ਕਿ ਉਸ ਨਾਲ ਕੁਝ ਦਿਨ ਬਿਤਾਵਾਂ, ਪਰ ਉਹ ਕੁੜੀ ਬਾਹਰ ਘੁੰਮਣ ਫਿਰਨਾ, ਆਉਣਾ ਜਾਣਾ ਇਸ ਸਭ ਦੇ ਖਿਲਾਫ ਸੀ। ਉਹ ਮੇਰੇ ਤੋਂ ਪ੍ਰਭਾਵਿਤ ਤਾਂ ਸੀ, ਪਰ ਉਹ ਆਪਣੇ ਆਪ ਦੇ ਵਿੱਚ ਹੀ ਰਹਿੰਦੀ। ਮੈਨੂੰ ਉਸ ਬਾਰੇ ਸੁਣ ਕੇ ਚੰਗਾ ਲੱਗਾ ਤੇ ਮੈਂ ਕੋਸ਼ਿਸ਼ ਕੀਤੀ ਕਿ ਉਹ ਸਿਰਫ ਮੇਰੀ ਹੋ ਜਾਵੇ। ਇਸ ਲਈ ਆਪਣੇ ਕੋ-ਸਟਾਰ ਦੇ ਨਾਲ ਮੈਂ ਵਿਆਹ ਦੀ ਗੱਲ ਕੀਤੀ। ਉਹ ਵੀ ਖੁਸ਼ ਹੋਈ ਇਹ ਜਾਣ ਕੇ ਕਿ ਇੱਕ ਇੰਨੇ ਵੱਡੇ ਸਟਾਰ ਨੇ ਉਸ ਨੂੰ ਪਸੰਦ ਕੀਤਾ ਹੈ। ਉਸ ਦਾ ਨਾਮ ਰੂਬੀਨਾ ਸੀ। ਮੇਰੇ ਧਰਮ ਤੋਂ ਵੱਖ ਨਾ ਉਸ ਨੂੰ ਤੇ ਨਾ ਹੀ ਉਸ ਦੇ ਘਰਦਿਆਂ ਨੂੰ ਇਸ ਗੱਲ ਤੋਂ ਕੋਈ ਇਤਰਾਜ਼ ਨਹੀਂ ਸੀ। ਮੇਰੀ ਰੂਬੀਨਾ ਦੇ ਨਾਲ ਪ੍ਰੇਮ ਕਹਾਣੀ ਵਿਆਹ ਤੋਂ ਬਾਅਦ ਸ਼ੁਰੂ ਹੋਈ। ਸ਼ਾਂਤ ਸੁਭਾਅ ਵਾਲੀ, ਮਿੱਠੀ ਜਿਹੀ ਆਵਾਜ਼, ਹਰ ਸਮੇਂ ਮੇਰਾ ਖਿਆਲ ਰੱਖਣ ਵਾਲੀ। ਮੈਂ ਉਸ ਨੂੰ ਬੇਹੱਦ ਪਿਆਰ ਕਰਦਾ ਸੀ। ਹਰ ਵਾਰ ਮੈਂ ਉਸ ਨੂੰ ਆਪਣਾ ਖਿਆਲ ਰੱਖਣ ਦੇ ਲਈ ਕਹਿੰਦਾ, ਪਰ ਉਸ ਨੂੰ ਕਦੇ ਮੇਰੇ ਤੋਂ ਫੁਰਸਤ ਮਿਲੇ ਤਦ ਨਾ। ਹਮੇਸ਼ਾ ਸਾੜੀ ਜਾਂ ਸਲਵਾਰ ਕਮੀਜ਼ ਦੇ ਵਿੱਚ ਹੀ ਉਹ ਮੈਨੂੰ ਨਜ਼ਰ ਆਈ, ਦੁਨੀਆ ਦੀ ਭੀੜ ਤੋਂ ਬਿਲਕੁਲ ਹਟ ਕੇ। ਇਉਂ ਲੱਗਾ ਕਿ ਲਾਈਫ ਜਿਵੇਂ ਕੰਪਲੀਟ ਹੋ ਚੁੱਕੀ ਹੈ। ਉਸ ਦੇ ਹੁੰਦਿਆਂ ਮੈਨੂੰ ਕਿਸੇ ਹੋਰ ਦੀ ਜ਼ਰੂਰਤ ਨਾ ਪਈ। ਮੈਂ ਉਸ ਨਾਲ ਖੁਸ਼ ਸੀ। ਮੈਂ ਉਸ ਨੂੰ ਕਹਿੰਦਾ ਕਿ ਬਾਕੀ ਦੀਆਂ ਕੁੜੀਆਂ ਨੂੰ ਦੇਖ, ਹਰ ਕੋਈ ਅਪ ਟੂ ਡੇਟ ਹੈ, ਪਰ ਤੂੰ ਕਿਉਂ ਇਸ ਰਸੋਈ ਘਰ ਤੇ ਮੇਰੇ ਵਿੱਚੋਂ ਬਾਹਰ ਨਿਕਲ ਕੇ ਨਹੀਂ ਰਹਿੰਦੀ? ਬਾਹਰ ਦੀ ਦੁਨੀਆ ਨੂੰ ਦੇਖ, ਕੁਝ ਚੇਂਜ ਕਰ। ਬਦਲਾਵ ਜ਼ਰੂਰੀ ਹੈ ਜ਼ਿੰਦਗੀ ਲਈ। ਪਰ ਉਸ ਦੇ ਸਿਰ ਤੇ ਤਾਂ ਜਿਵੇਂ ਪਤਨੀ ਵਾਲਾ ਭੂਤ ਸਵਾਰ ਸੀ। ਉਸ ਦਾ ਕਹਿਣਾ ਕਿ ਮੈਂ ਇਸੇ ਤਰ੍ਹਾਂ ਦੀ ਹੀ ਤੁਹਾਨੂੰ ਪਸੰਦ ਸੀ ਤੇ ਹਮੇਸ਼ਾ ਇੱਦਾਂ ਹੀ ਰਵਾਂਗੀ, ਤਾਂ ਹੀ ਤਾਂ ਬਾਹਰਲੀਆਂ ਕੁੜੀਆਂ ਤੇ ਮੇਰੇ ਵਿੱਚ ਫਰਕ ਕਰ ਪਾਓਗੇ, ਨਹੀਂ ਤਾਂ ਸਭ ਕੁਝ ਇੱਕੋ ਜਿਹਾ ਲੱਗੇਗਾ। ਮੈਨੂੰ ਉਸ ਦੀ ਗੱਲ ਵੀ ਸਹੀ ਲੱਗੀ, ਪਰ ਦਿਲੋਂ ਮੈਂ ਕੁਝ ਵੱਖਰਾ ਚਾਹੁੰਦਾ ਸੀ। 2 ਸਾਲ ਬਾਅਦ ਮੇਰੇ ਘਰ ਜੁੜਵਾ ਬੱਚਿਆਂ ਨੇ ਜਨਮ ਲਿਆ। ਫੈਮਿਲੀ ਕੰਪਲੀਟ ਹੋ ਗਈ, ਪਰ ਆਪਣੇ ਬਿਜ਼ੀ ਸਕੈਜੂਲ ਹੋਣ ਦੇ ਕਾਰਨ ਮੈਂ ਜ਼ਿਆਦਾਤਰ ਬਾਹਰ ਹੀ ਰਹਿੰਦਾ ਸੀ। ਆਪਣੇ ਬੱਚਿਆਂ ਦੇ ਨਾਲ ਘੱਟ ਹੀ ਸਮਾਂ ਬਿਤਾ ਪਾਇਆ। ਵਿਆਹ ਨੂੰ 8 ਸਾਲ ਬੀਤੇ ਤਾਂ ਮੇਰਾ ਮਨ ਰੂਬੀਨਾ ਤੋਂ ਭਰ ਗਿਆ। ਯਾਨੀ ਕਿ ਹੁਣ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੱਖਰਾਪਣ ਚਾਹੀਦਾ ਸੀ। ਮੈਨੂੰ ਉਸ ਤੋਂ ਦੂਰੀ ਬਣਾਉਣੀ ਚੰਗੀ ਲੱਗਦੀ, ਜਿਸ ਕਾਰਨ ਮੈਂ ਕਈ ਮਹੀਨੇ ਘਰ ਹੀ ਨਹੀਂ ਆਉਂਦਾ। ਕਹਿ ਸਕਦੇ ਹਾਂ ਕਿ ਉਸ ਦੇ ਸਾਦੇਪਣ ਦੇ ਨਾਲ ਮੈਨੂੰ ਪਿਆਰ ਨਹੀਂ ਰਿਹਾ ਸੀ। ਬਾਹਰ ਦੀ ਅਪ ਟੂ ਡੇਟ ਕੁੜੀਆਂ ਤੇ ਮੇਰੀ ਨਜ਼ਰ ਰਹਿੰਦੀ, ਪਰ ਮੈਂ ਕਰ ਕੀ ਸਕਦਾ ਸੀ? ਇਸ ਲਈ ਮੈਂ ਇੱਕ ਦਿਨ ਸੋਚਿਆ ਕਿ ਰੂਬੀਨਾ ਨੂੰ ਡਿਵੋਰਸ ਦੇ ਕੇ ਫਾਰਗ ਕਰ ਦਿਆਂ, ਤਾਂ ਕਿ ਉਹ ਵੀ ਆਜ਼ਾਦ ਹੋ ਜਾਵੇ। ਆਪਣੇ ਆਪ ਦੇ ਨਾਲ ਝੂਠ ਬੋਲਣ ਦੀ ਕੋਈ ਲੋੜ ਨਹੀਂ, ਪਰ ਮੈਂ ਉਸ ਨਾਲ ਬੁਰਾ ਨਹੀਂ ਕਰਨਾ ਚਾਹੁੰਦਾ ਸੀ। ਮੇਰਾ ਦਿਲ ਭਰ ਚੁੱਕਿਆ ਸੀ ਉਸ ਕੋਲੋਂ, ਪਰ ਉਸ ਦੀ ਤਾਂ ਕੋਈ ਗਲਤੀ ਹੀ ਨਹੀਂ ਸੀ। ਸ਼ਰਤਾਂ ਦੇ ਮੁਤਾਬਿਕ ਬੱਚੇ ਉਸ ਕੋਲ ਹੀ ਰਹਿੰਦੇ ਨੇ ਤੇ ਮੈਂ ਚੰਗੇ ਪੈਸੇ ਤੇ ਜਾਇਦਾਦ ਉਸ ਨੂੰ ਦਿੰਦਾ ਹਾਂ ਤਾਂ ਕਿ ਉਸ ਨੂੰ ਕਦੀ ਕੋਈ ਮੁਸ਼ਕਿਲ ਨਾ ਆਵੇ। ਉਸ ਸਮੇਂ ਵੀ ਉਸ ਦੀ ਕੋਈ ਜ਼ਿਆਦਾ ਉਮਰ ਨਹੀਂ ਸੀ। ਉਹ ਅਜੇ ਵੀ ਕਿਸੇ ਵਧੀਆ ਅਮੀਰ ਘਰਾਣੇ ਦੇ ਵਿੱਚ ਵਿਆਹ ਕਰਵਾ ਸਕਦੀ ਸੀ, ਪਰ ਉਸ ਦੇ ਕੋਲ 2 ਬੱਚੇ ਵੀ ਸਨ। ਪਰ ਦੂਜੇ ਪਾਸੇ ਮੈਂ ਜਿਵੇਂ ਆਜ਼ਾਦ ਪੰਛੀ ਹੋ ਗਿਆ। ਵਿਆਹ ਤੋਂ ਪਹਿਲਾਂ ਜਿਵੇਂ ਮੇਰੀ ਜ਼ਿੰਦਗੀ ਚੱਲਦੀ ਸੀ, ਉਸੇ ਤਰ੍ਹਾਂ ਮੈਂ ਫਿਰ ਤੋਂ ਰਹਿਣ ਲੱਗ ਪਿਆ। ਨਵੇਂ ਦੋਸਤ, ਪਾਰਟੀਜ਼ ਤੇ ਆਪਣੀ ਆਸ਼ਕੀ ਦੇ ਸ਼ੌਂਕ ਨੂੰ ਪੂਰਾ ਕਰਦਾ ਗਿਆ। ਕਹਿੰਦੇ ਹੈ ਕਿ ਆਦਤਾਂ ਜਾਂਦੀਆਂ ਨਹੀਂ, ਬਸ ਇਹੀ ਸਭ ਤਾਂ ਮੈਨੂੰ ਚਾਹੀਦਾ ਸੀ। ਪਰ ਵਿਆਹ ਤੋਂ ਬਾਅਦ ਤਾਂ ਜਿੱਦਾਂ ਜ਼ਿੰਦਗੀ ਰੁਕ ਗਈ ਸੀ। ਨਵੀਆਂ ਫਿਲਮਾਂ ਦੇ ਵਿੱਚ ਹੋਰ ਕੰਮ ਮਿਲਣਾ ਸ਼ੁਰੂ ਹੋਇਆ।
ਹੀਰੋਇਨਾਂ ਵੀ ਨਵੀਆਂ। ਇੱਕ ਦਿਨ ਸ਼ੂਟਿੰਗ ਦੇ ਸੈੱਟ ਤੇ ਮੇਰੀ ਨਜ਼ਰ ਡਾਇਨਾ ਤੇ ਪੈਂਦੀ ਹੈ। ਕੀ ਅੰਦਾਜ਼ ਸੀ ਉਸਦਾ, ਦਿਲਕਸ਼ ਅਦਾਵਾਂ। ਮੈਨੂੰ ਲੱਗਾ ਕਿ ਉਹੀ ਉਹ ਹੈ ਜਿਸ ਦੀ ਮੈਂ ਅਸਲ ਦੇ ਵਿੱਚ ਤਲਾਸ਼ ਕਰ ਰਿਹਾ ਸੀ, ਪਰ ਮੈਂ ਸ਼ਾਇਦ ਲੇਟ ਹੋ ਗਿਆ। ਉਹ ਹੂਬਹੂ ਉੱਦਾਂ ਦੀ ਹੀ ਸੀ, ਮਾਡਰਨ, ਸਲਿਮ ਟ੍ਰਿਮ, ਵੈਸਟਰਨ ਲੁੱਕ, ਆਪਣਾ ਜ਼ਰੂਰਤ ਤੋਂ ਜ਼ਿਆਦਾ ਖਿਆਲ ਰੱਖਣ ਵਾਲੀ। ਮੈਨੂੰ ਸੀ ਕਿ ਬਸ ਡਾਇਨਾ ਮੇਰੀ ਹੋ ਜਾਵੇ। ਉਸਨੂੰ ਵੀ ਮੇਰੇ ਵਾਂਗ ਪਾਰਟੀਜ਼ ਤੇ ਜਾਣਾ ਪਸੰਦ ਸੀ, ਘੁੰਮਣ ਫਿਰਨ ਦਾ ਸ਼ੌਂਕ ਸੀ, ਬਾਹਰ ਦਾ ਖਾਣਾ, ਨਵੇਂ ਲੋਕਾਂ ਦੇ ਨਾਲ ਮੇਲ ਜੋਲ। ਇੱਦਾਂ ਲੱਗ ਰਿਹਾ ਸੀ ਕਿ ਮੇਰੇ ਵਾਂਗ ਹੀ ਹੈ ਉਹ। ਇੱਕ ਦਿਨ ਮੌਕਾ ਦੇਖ ਮੈਂ ਉਸ ਨਾਲ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣ ਦੀ ਗੱਲ ਕਰਦਾ। ਉਹ ਬਿਨਾਂ ਕਿਸੇ ਗੱਲ ਦੇ ਰਾਜ਼ੀ ਹੋ ਜਾਂਦੀ ਹੈ, ਜਿੱਦਾਂ ਉਹ ਚਾਹੁੰਦੀ ਸੀ ਮੇਰੇ ਨਾਲ ਰਹਿਣਾ। ਕੁਝ ਦਿਨਾਂ ਬਾਅਦ ਅਸੀਂ ਵਿਆਹ ਕਰਵਾ ਲੈਂਦੇ ਹਾਂ। ਉਸਨੂੰ ਮੇਰੀ ਪਿਛਲੀ ਲਾਈਫ ਤੋਂ ਕੋਈ ਪ੍ਰੋਬਲਮ ਨਹੀਂ ਸੀ, ਬਲਕਿ ਉਹ ਹਮੇਸ਼ਾ ਇਹੋ ਕਹਿੰਦੀ ਕਿ ਜ਼ਿੰਦਗੀ ਆਪਣੀ ਹੈ, ਇਸਨੂੰ ਆਪਣੇ ਅੰਦਾਜ਼ ਦੇ ਵਿੱਚ ਜਿਉਣਾ ਚਾਹੀਦਾ ਹੈ। ਅਸੀਂ ਖੁਸ਼ ਸੀ, ਵਿਦੇਸ਼ਾਂ ਦੀਆਂ ਸੈਰਾਂ, ਇੱਕ ਦੂਜੇ ਦੇ ਕਰੀਬ, ਹਮੇਸ਼ਾ ਜਿੱਥੇ ਵੀ ਜਾਣਾ ਇਕੱਠੇ। ਸਭ ਤੋਂ ਖਾਸ ਗੱਲ ਮੈਨੂੰ ਉਸ ਵਿੱਚ ਇਹ ਲੱਗਦੀ ਸੀ ਕਿ ਉਹ ਆਪਣਾ ਖਿਆਲ ਬਹੁਤ ਰੱਖਦੀ ਸੀ, ਜਿਸ ਲਈ ਮੈਨੂੰ ਉਸਨੂੰ ਬਾਰ-ਬਾਰ ਨਾ ਕਹਿਣਾ ਪੈਂਦਾ। ਦੂਜੇ ਪਾਸੇ ਜੇ ਮੈਂ ਰੂਬੀਨਾ ਬਾਰੇ ਸੋਚਾਂ ਤਾਂ ਉਸਨੂੰ ਤਾਂ ਹਮੇਸ਼ਾ ਮੇਰੀ ਹੀ ਫਿਕਰ ਰਹਿੰਦੀ। ਵਿਆਹ ਦਾ 1 ਸਾਲ ਤਾਂ ਬਹੁਤ ਵਧੀਆ ਬੀਤਿਆ, ਕੋਈ ਪਰੇਸ਼ਾਨੀ ਨਹੀਂ ਆਈ। ਪਰ ਜਿਉਂ-ਜਿਉਂ ਸਮਾਂ ਲੰਘਦਾ ਗਿਆ, ਮੈਨੂੰ ਡਾਇਨਾ ਦੇ ਵਿੱਚ ਕਮੀਆਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ। ਮੈਂ ਉਸ ਵਿੱਚ ਪਿਆਰ ਤਾਂ ਦੇਖਦਾ ਸੀ, ਪਰ ਉਹ ਮੇਰੇ ਤੋਂ ਪਹਿਲਾਂ ਖੁਦ ਨੂੰ ਅਹਿਮੀਅਤ ਦਿੰਦੀ, ਜਿਸ ਕਰਕੇ ਇਹ ਗੱਲ ਮੈਨੂੰ ਚੁੱਭਣ ਲੱਗ ਪਈ। ਉਸ ਕੋਲ ਕਦੇ ਮੇਰੇ ਨਾਲ ਬੈਠਣ ਦਾ ਵਕਤ ਹੀ ਨਹੀਂ ਸੀ। ਜੇਕਰ ਮੈਂ ਉਸ ਨਾਲ ਘਰ ਦੇ ਵਿੱਚ ਇਕੱਲੇ ਸਮਾਂ ਬਿਤਾਉਣਾ ਚਾਹਾਂ ਤਾਂ ਬਾਹਰ ਆਪਣੇ ਦੋਸਤਾਂ ਦੇ ਵਿੱਚੋਂ ਬਿਜ਼ੀ ਹੋ ਜਾਂਦੀ। ਚਾਹ ਦਾ ਕੱਪ ਵੀ ਅੱਜ ਤੱਕ ਉਸਨੇ ਮੈਨੂੰ ਨਹੀਂ ਪੁੱਛਿਆ ਸੀ। ਇਹੋ ਕਹਿੰਦੀ ਕਿ ਇਹਨੇ ਨੌਕਰ ਕਿਸ ਲਈ ਹਨ, ਜ਼ਿੰਦਗੀ ਤਾਂ ਮਜ਼ਾ ਲੈਣ ਲਈ ਹੁੰਦੀ ਹੈ। ਉਸਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਮੈਨੂੰ ਅੰਦਰ ਤੱਕ ਦੁਖੀ ਕਰਦੀਆਂ, ਪਰ ਮੈਂ ਉਸਨੂੰ ਕੁਝ ਨਹੀਂ ਕਹਿ ਪਾਉਂਦਾ, ਕਿਉਂਕਿ ਮੈਨੂੰ ਇਸੇ ਤਰ੍ਹਾਂ ਦੀ ਹੀ ਤਾਂ ਕੁੜੀ ਚਾਹੀਦੀ ਸੀ, ਜੋ ਕਿ ਮੇਰੇ ਅੱਗੇ ਪਿੱਛੇ ਨਾ ਘੁੰਮੇ। ਪਰ ਪਿਆਰ ਤਾਂ ਇੱਕ ਪਾਸੇ ਉਸਨੇ ਮੇਰੀ ਕਦਰ ਵੀ ਨਹੀਂ ਕੀਤੀ। ਪੈਸੇ ਦੀ ਦੁਨੀਆ ਵਿੱਚ ਉਹ ਇੱਕ ਵੋਟੀ ਹੋਣ ਦੇ ਸਾਰੇ ਫਰਜ਼ ਭੁੱਲ ਚੁੱਕੀ ਸੀ। ਮੈਂ ਇਕੱਲਾ ਕਮਰੇ ਦੇ ਵਿੱਚ ਬੈਠਾ ਰਹਿੰਦਾ ਤੇ ਆਪਣੀ ਪਹਿਲੀ ਪਤਨੀ ਦੇ ਬਾਰੇ ਸੋਚਦਾ ਰਹਿੰਦਾ। ਉਸ ਮੋੜ ਤੇ ਜਾ ਕੇ ਮੈਨੂੰ ਲੱਗਾ ਕਿ ਅਸਲ ਦੇ ਵਿੱਚ ਪਤਨੀ ਦਾ ਮਤਲਬ ਹੁੰਦਾ ਕੀ ਹੈ। ਹੌਲੀ-ਹੌਲੀ ਮੈਂ ਡਾਇਨਾ ਤੋਂ ਵੀ ਦੂਰ ਹੁੰਦਾ ਗਿਆ। ਜ਼ਿੰਦਗੀ ਦੇ ਵਿੱਚ ਕੋਈ ਫਰਜ਼ ਨਹੀਂ ਨਿਭਾਇਆ ਮੈਂ, ਨਾ ਪਤੀ ਹੋਣ ਦਾ, ਨਾ ਹੀ ਇੱਕ ਪਿਤਾ ਹੋਣ ਦਾ, ਕਿਉਂਕਿ ਜਿਸ ਦਿਨ ਦਾ ਡਿਵੋਰਸ ਹੋਇਆ ਸੀ, ਮੈਂ ਪੈਸੇ ਤੇ ਜਾਇਦਾਦ ਦੇਖ ਕੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਕਿ ਮੇਰੇ ਬੱਚੇ ਠੀਕ ਹਨ, ਉਹ ਕਿਸ ਹਾਲ 'ਚ ਹੋਣਗੇ। ਪਰ ਮੈਨੂੰ ਵਿਸ਼ਵਾਸ ਸੀ ਕਿ ਰੂਬੀਨਾ ਨੇ ਸਭ ਕੁਝ ਸੰਭਾਲ ਤਾਂ ਲੈਣਾ ਹੀ ਸੀ। ਇੱਕ ਚੰਗੀ ਵੋਟੀ ਹੋਣ ਦੇ ਨਾਲ-ਨਾਲ ਉਹ ਇੱਕ ਚੰਗੀ ਮਾਂ ਵੀ ਸੀ। ਮੈਨੂੰ ਉਸ ਦਿਨ ਅਫਸੋਸ ਹੁੰਦਾ ਹੈ ਕਿ ਕਿਉਂ ਮੈਂ ਆਪਣੀ ਚਮਕ-ਦਮਕ ਦੇ ਕਾਰਨ ਆਪਣਾ ਪਰਿਵਾਰ ਗਵਾ ਲਿਆ, ਪਰ ਉਸ ਵਕਤ ਮੈਂ ਕੁਝ ਨਹੀਂ ਕਰ ਸਕਦਾ ਸੀ। ਜ਼ਿੰਦਗੀ ਦਾ ਜੋਸ਼ ਠੰਡਾ ਪੈ ਚੁੱਕਾ ਸੀ। ਅਸਲ ਦੇ ਵਿੱਚ ਉਸ ਵੇਲੇ ਮੈਨੂੰ ਰੂਬੀਨਾ ਵਰਗੇ ਹਮਸਫਰ ਦੀ ਜ਼ਰੂਰਤ ਸੀ, ਜਿਸ ਨੂੰ ਮੈਂ ਕਦੇ ਸਮਝ ਹੀ ਨਹੀਂ ਪਾਇਆ। ਡਾਇਨਾ ਦੇ ਨਾਲ ਜ਼ਿੰਦਗੀ ਬਸ ਖਿੱਚੀ ਹੀ ਜਾ ਰਿਹਾ ਸੀ ਮੈਂ। ਇੱਕ ਦਿਨ ਆਸਟ੍ਰੇਲੀਆ ਦੇ ਵਿੱਚ ਸ਼ੂਟਿੰਗ ਕਰਦੇ ਸਮੇਂ ਮੇਰੀ ਨਜ਼ਰ ਇੱਕ ਬੁੱਕ ਦੇ ਕਵਰ ਪੇਜ ਤੇ ਜਾਂਦੀ ਹੈ, ਹੂਬਹੂ ਰੂਬੀਨਾ ਵਰਗੀ, ਪਰ ਪਹਿਲੇ ਤੋਂ ਕਿਤੇ ਬਦਲੀ, ਵੱਖਰਾ ਅੰਦਾਜ਼, ਬਦਲੀ ਲੁੱਕ। ਮੈਂ ਛਾਨਬੀਨ ਕਰ ਸਿੱਧਾ USA ਦੀ ਫਲਾਈਟ ਫੜਦਾ। ਪਤਾ ਚੱਲਿਆ ਸੀ ਕਿ ਰੂਬੀਨਾ ਆਪਣੇ ਬੱਚਿਆਂ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੀ ਹੈ। ਸੁੱਖ ਨਾਲ ਮੇਰੇ ਬੱਚੇ ਤਾਂ ਜਵਾਨ ਵੀ ਹੋ ਚੁੱਕੇ ਸਨ। ਮੈਂ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ, ਪਰ ਉਹ ਮਿਲਣ ਤੋਂ ਇਨਕਾਰ ਕਰ ਦਿੰਦੀ ਹੈ। ਉਸ ਦਾ ਦੂਸਰਾ ਵਿਆਹ ਹੋ ਚੁੱਕਾ ਸੀ। ਉਹ ਆਪਣੇ ਪੈਰਾਂ ਤੇ ਖੁਦ ਖੜੀ ਹੋ ਚੁੱਕੀ ਸੀ। ਰੂਬੀਨਾ ਦੇ ਨਾਲ ਮਿਲਣ ਦਾ ਮੌਕਾ ਤਾਂ ਨਹੀਂ ਮਿਲਿਆ, ਪਰ ਮੇਰੇ ਦੋਵੇਂ ਬੱਚੇ ਮੈਨੂੰ ਜ਼ਰੂਰ ਮਿਲੇ। ਮੈਂ ਉਹਨਾਂ ਤੋਂ ਰੂਬੀਨਾ ਬਾਰੇ ਪੁੱਛਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਡੀ ਮਾਂ ਇੱਕ ਪਰਫੈਕਟ ਵਾਈਫ ਸੀ, ਫਿਰ ਵੀ ਤੁਸੀਂ ਉਸਨੂੰ ਛੱਡ ਗਏ। 2 ਬੱਚਿਆਂ ਦੀ ਜ਼ਿੰਮੇਵਾਰੀ ਉਸਨੇ ਸਾਂਭੀ, ਤੁਹਾਡਾ ਖਿਆਲ ਰੱਖਣ ਦੇ ਵਿੱਚ ਕੋਈ ਕਮੀ ਨਹੀਂ ਕੀਤੀ, ਪਰ ਤੁਹਾਨੂੰ ਤਾਂ ਵਿਖਾਵਾ ਚਾਹੀਦਾ ਸੀ, ਪਰ ਤੁਸੀਂ ਉਹਨਾਂ ਦਾ ਪਿਆਰ ਹੀ ਨਹੀਂ ਸਮਝ ਪਾਏ। ਅੱਜ ਸਾਡੇ ਦੂਜੇ ਪਿਤਾ ਨੇ ਸਾਡੀ ਮਾਂ ਨੂੰ ਦਿਲੋਂ ਐਕਸੈਪਟ ਕੀਤਾ, ਉਸਦੇ ਕੱਪੜਿਆਂ ਨੂੰ ਅਹਿਮੀਅਤ ਨਾ ਦੇ ਕੇ ਉਸ ਦੀਆਂ ਭਾਵਨਾਵਾਂ ਦੇ ਵਿੱਚ ਆਪਣੀ ਖੁਸ਼ੀ ਨੂੰ ਦੇਖਿਆ, ਜਿਸ ਤੋਂ ਬਾਅਦ ਸਾਡੀ ਮਾਂ ਅੱਜ ਆਪਣੇ ਪੈਰਾਂ ਤੇ ਸਟੈਂਡ ਹੈ। ਗੱਲ ਤਾਂ ਇਹ ਹੈ ਕਿ ਤੁਸੀਂ ਰੂਬੀਨਾ ਵਰਗੀ ਵਾਈਫ ਲਈ ਬਣੇ ਹੀ ਨਹੀਂ ਸੀ। ਅੱਜ ਵੀ ਤੁਸੀਂ ਸਾਡੀ ਮਾਂ ਦੀ ਬਾਹਰਲੀ ਲੁੱਕ ਨੂੰ ਦੇਖ ਕੇ ਹੀ ਇੱਥੇ ਪਹੁੰਚੇ ਹੋ। ਆਪਣੇ ਬੱਚਿਆਂ ਦੀਆਂ ਗੱਲਾਂ ਸੁਣ ਮੈਂ ਪੈਰ ਪਿੱਛੇ ਖਿੱਚ ਲਏ ਕਿ ਵਾਕਈ ਮੈਂ ਸਾਰੀ ਉਮਰ ਆਪਣਾ ਕੋਈ ਫਰਜ਼ ਨਹੀਂ ਨਿਭਾ ਪਾਇਆ, ਨਾ ਚੰਗਾ ਪਤੀ ਬਣ ਪਾਇਆ ਤੇ ਨਾ ਹੀ ਪਿਓ। ਤੇ ਹੁਣ ਜਦ ਮੈਨੂੰ ਆਪਣਿਆਂ ਦੀ ਲੋੜ ਹੈ, ਮੇਰੇ ਕੋਲ ਕੋਈ ਨਹੀਂ ਸਿਵਾਏ ਧਨ ਦੌਲਤ ਦੇ। ਮੇਰੇ ਹੱਥ ਖਾਲੀ ਨੇ। ਇਸ ਕਹਾਣੀ ਤੋਂ ਇਹ ਸਮਝ ਆਏ ਕਿ ਸਮਾਂ ਰਹਿੰਦੇ ਆਪਣੇ ਰਿਸ਼ਤਿਆਂ ਨੂੰ ਸੰਭਾਲੋ ਤੇ ਉਹਨਾਂ ਨੂੰ ਸਮਝੋ। ਜੋ ਤੁਹਾਡੇ ਕੋਲ ਹੈ ਸ਼ਾਇਦ ਉਹ ਸਭ ਕੋਲ ਨਹੀਂ, ਸੋ ਜ਼ਰੂਰਤ ਹੈ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ। ਤੇ ਕਿਸ ਤਰ੍ਹਾਂ ਦੀ ਲੱਗੀ ਅੱਜ ਦੀ ਕਹਾਣੀ, ਕਮੈਂਟ ਬਾਕਸ ਦੇ ਵਿੱਚ ਤੁਸੀਂ ਮੈਨੂੰ ਜ਼ਰੂਰ ਦੱਸ ਸਕਦੇ ਹੋ।
ਜੇਕਰ ਤੁਹਾਡੇ ਕੋਲ ਵੀ ਕੋਈ ਕਹਾਣੀ ਹੈ ਜਿਸ ਨੂੰ ਤੁਸੀਂ ਮੇਰੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ love23land@gmail.com ਤੇ ਮੇਲ ਕਰ ਸਕਦੇ ਹੋ। ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਸਬਸਕ੍ਰਾਈਬ ਕਰੋ ਤੇ ਹਾਂ, ਰੈੱਡ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਕਿ ਤੁਸੀਂ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਪਾ ਸਕੋ। ਮੇਰੀਆਂ ਕਹਾਣੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ, ਆਪਣੇ ਪਰਿਵਾਰ ਦੋਸਤਾਂ ਦੇ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬਣ ਜਾਓ ਲਵ 23 ਲੈਂਡ ਫੈਮਿਲੀ ਦਾ ਹਿੱਸਾ। ਲਵ 23 ਲੈਂਡ, ਦਿਲ ਸੇ ਬਾय नीलू।